ਜਲੰਧਰ ਦੇ ਗੁਰਦੁਆਰੇ ਦੇ ਬੈਂਚਾਂ ਨੂੰ ਸਾੜਨ ਦਾ ਹੁਣ ਤਿੱਖਾ ਵਿਰੋਧ ਹੋਇਆ ਹੈ। ਦਰਅਸਲ ਅੰਮ੍ਰਿਤਪਾਲ ਤੇ ਉਹਨਾਂ ਦੇ ਸਮਰਥਕਾਂ ਵੱਲੋਂ ਜੋ ਗੁਰਦੁਆਰਾ ਸਾਹਿਬ ਦੇ ਬੈਂਚ ਸਾੜੇ ਗਏ ਨੇ ਜਾਂ ਕੁਰਸੀਆਂ ਸਾੜੀਆਂ ਗਈਆਂ ਨੇ, ਉਸ ਦਾ ਤਿੱਖਾ ਵਿਰੋਧ ਹੋਇਆ ਹੈ। ਰਣਜੀਤ ਸਿੰਘ ਢੱਡਰੀਆਂ ਵਾਲਾ ਨੇ ਸਵਾਲ ਚੱਕੇ ਨੇ। ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਾ ਨੇ ਕਿਹਾ ਹੈ ਕਿ ਬੈਂਚਾਂ ਤੇ ਬਜ਼ੁਰਗਾਂ ਦੇ ਬੈਠਣ ਨਾਲ ਬੇਅਦਬੀ ਨਹੀਂ ਹੁੰਦੀ, ਗੁਰਬਾਣੀ ਤੋਂ ਉਲਟ ਚੱਲਣ ਦੇ ਨਾਲ ਬੇਅਦਬੀ ਹੁੰਦੀ ਹੈ। ਉਹਨਾਂ ਕਿਹਾ ਕਿ ਬਜ਼ੁਰਗ ਬੈਂਚਾਂ ਤੇ ਬੈਠਦੇ ਨੇ ਜਿਨ੍ਹਾਂ ਦੇ ਗੋਡੇ ਦੁਖਦੇ ਨੇ, ਜਿਨ੍ਹਾਂ ਦੀ ਮਜਬੂਰੀ ਹੈ, ਕੋਈ ਸ਼ੌਂਕ ਨਾਲ ਜਾਂ ਜਾਣਬੁੱਝ ਕੇ ਨਹੀਂ ਬਹਿੰਦਾ, ਜਿਨ੍ਹਾਂ ਦੀ ਮਜਬੂਰੀ ਹੈ ਔਰ ਉਹਨਾਂ ਨੇ ਗੁਰੂ ਘਰ ਆ ਕੇ ਗੁਰਬਾਣੀ ਸਰਵਣ ਕਰਨੀ ਹੁੰਦੀ ਹੈ, ਉੱਥੇ ਬਾਣੀ ਪੜ੍ਹਨੀ ਹੁੰਦੀ ਹੈ ਬੈਠ ਕੇ, ਤਾਂ ਉਹਨਾਂ ਲੋਕਾਂ ਦੀ ਮਜਬੂਰੀ ਹੈ। ਨਹੀਂ ਤੇ ਉਹ ਫਿਰ ਗੁਰੂ ਘਰ ਆਉਣਗੇ ਕਿਸ ਤਰ੍ਹਾਂ? ਜੇ ਬੈਠ ਨਹੀਂ ਸਕਦੇ ਔਰ ਬੈਠਣ ਦਾ ਕੋਈ ਇੰਤਜ਼ਾਮ ਨਹੀਂ ਹੈ ਤਾਂ ਫਿਰ ਇਸ ਤਰੀਕੇ ਨਾਲ ਤੇ ਲੋਕ ਆਉਣਾ ਛੱਡ ਜਾਣਗੇ। ਤਾਂ ਉਸ ਤੇ ਸਵਾਲ ਚੱਕੇ ਨੇ। ਉਧਰ ਸਿਆਸੀ ਆਗੂਆਂ ਵੱਲੋਂ ਵੀ ਇਸ ਕਾਰਵਾਈ ਤੇ ਸਵਾਲ ਚੱਕੇ ਗਏ ਨੇ। ਸੁਨੀਲ ਜਾਖੜ ਨੇ ਅਕਾਲ ਤਖਤ ਸਾਹਿਬ ਨੂੰ ਤੇ ਐਸਜੀਪੀਸੀ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮਾਮਲੇ ਤੇ ਨੋਟਿਸ ਲੈਣ। ਦਰਅਸਲ ਜਲੰਧਰ ਦੇ ਮਾਡਲ ਟਾਊਨ ਗੁਰਦੁਆਰਾ ਸਾਹਿਬ ਦੇ ਵਿੱਚ ਅੰਮ੍ਰਿਤਪਾਲ ਤੇ ਉਹਨਾਂ ਦੇ ਸਮਰਥਕਾਂ ਵੱਲੋਂ ਜੋ ਬੈਂਚ ਕੁਰਸੀਆਂ ਉੱਥੇ ਲੱਗੀਆਂ ਸੀ, ਮੇਜ਼, ਉਹਨਾਂ ਨੂੰ ਬਾਹਰ ਕੱਢ ਕੇ ਸਾੜ ਦਿੱਤਾ ਗਿਆ ਸੀ, ਅੱਗ ਦੇ ਹਵਾਲੇ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਦੋ ਤਰ੍ਹਾਂ ਦੇ ਵਿਚਾਰ ਜਿਹੜੇ ਨੇ ਉਹ ਦੇਖਣ ਨੂੰ ਮਿਲ ਰਹੇ ਨੇ। ਇੱਕ ਤਬਕਾ ਉਹ ਹੈ ਜਿਹੜਾ ਇਸ ਦਾ ਸਮਰਥਨ ਕਰ ਰਿਹਾ ਹੈ, ਇੱਕ ਤਬਕਾ ਕਹਿ ਰਿਹਾ ਕਿ ਠੀਕ ਕੀਤਾ, ਗੁਰੂ ਦੇ ਬਰਾਬਰ ਕੋਈ ਤਖਤ ਨਹੀਂ ਹੋਣਾ ਚਾਹੀਦਾ, ਔਰ ਦੂਸਰੇ ਪਾਸੇ ਇੱਕ ਤਬਕਾ ਉਹ ਹੈ ਜਿਹੜਾ ਇਸ ਦਾ ਵਿਰੋਧ ਕਰ ਰਿਹਾ ਔਰ ਜਿਹੜਾ ਕਹਿ ਰਿਹਾ ਕਿ ਬਜ਼ੁਰਗ ਜਿਹੜੇ ਨੇ ਜਿਨ੍ਹਾਂ ਦੀ ਮਜਬੂਰੀ ਹੈ, ਜਾਂ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਾ ਕਹਿ ਰਹੇ ਨੇ ਕਿ ਬਜ਼ੁਰਗ ਜਿਹੜੇ ਨੇ ਜਿਨ੍ਹਾਂ ਦੀ ਮਜਬੂਰੀ ਹੈ ਉਹ ਉੱਥੇ ਸ਼ੌਂਕ ਨਾਲ ਜਾਂ ਗੁਰੂ ਦੇ ਬਰਾਬਰ ਤਖਤ ਦਾ ਸੋਚ ਕੇ ਨਹੀਂ ਬੈਠਦੇ, ਉਹਨਾਂ ਦੀ ਮਜਬੂਰੀ ਹੈ, ਉਹ ਨੀਵੇਂ ਲਾਏ ਜਾਂਦੇ ਨੇ ਉੱਥੇ ਕੁਰਸੀ ਜਾਂ ਮੇਜ਼ ਜਿਸ ਤੇ ਉਹ ਬੈਠ ਕੇ ਬਾਣੀ ਸੁਣ ਸਕਣ। ਸੋ ਕਿਸੇ ਦੀ ਵੀ ਮਨਸ਼ਾ ਗੁਰੂ ਨੂੰ ਨੀਵਾਂ ਦਿਖਾਉਣ ਦੀ ਨਹੀਂ ਹੈ, ਸਿਰਫ ਮਜਬੂਰੀ ਦੇ ਵਿੱਚ ਲੋਕ ਬੈਠਦੇ ਨੇ। ਔਰ ਇਹ ਕਾਰਵਾਈ ਜਿਹੜੀ ਹੈ ਇਸ ਨੂੰ ਗਲਤ ਦੱਸਿਆ ਹੈ ਰਣਜੀਤ ਸਿੰਘ ਢੱਡਰੀਆਂ ਵਾਲਾ ਨੇ। ਉੱਥੇ ਬਜ਼ੁਰਗ ਬੈਠਾ ਜਿਹਦੇ ਤੋਂ ਬੈਠਾ ਨਾ ਜਾਏ, ਗੋਡੇ ਖਰਾਬ ਹੋ ਜਾਣ, ਉਹ ਆਖੇ ਵੀ ਮੈਂ ਕੋਈ ਗੁਰੂ ਦਾ ਸ਼ਰੀਕ ਥੋੜਾ, ਮੈਂ ਤੇ ਬੱਚਿਆਂ ਲਈ ਆਇਆ, ਮਹਾਰਾਜ ਸੁੱਖ ਰੱਖੇ। ਅਸੀਂ ਤੇ ਆਪਣੇ ਘਰ ਦੀ ਸ਼ਾਂਤੀ ਸੁੱਖ ਮੰਗਦੇ ਆ, ਗੋਡੇ ਨਵੇਂ ਪਵਾਏ ਆ, ਬੈਠ ਨਹੀਂ ਹੁੰਦਾ, ਮੈਂ ਮਜਬੂਰੀ ਬਸ ਪਿੱਛੇ ਬਹਿ ਗਿਆ। ਕੋਈ ਬਜ਼ੁਰਗ ਮਾਤਾ ਆ ਗਈ, ਉਹ ਵਿਚਾਰੀ ਪਿੱਛੇ ਬਹਿ ਕੇ ਬੈਠੀ, ਕਹਿੰਦੀ ਕਿਤੇ ਬਹਿ ਨਹੀਂ ਹੁੰਦਾ। ਉਹ ਕੋਈ ਗੁਰੂ ਦੇ ਸ਼ਰੀਕ ਨਹੀਂ ਬਣਦੇ, ਉਹ ਇਹ ਨਹੀਂ ਸੋਚਦੇ ਵੀ ਸਾਹਮਣੇ ਗੁਰੂ ਗ੍ਰੰਥ ਸਾਹਿਬ ਦਾ ਤਖਤ ਲੱਗਾ, ਮੈਂ ਵੀ ਬਰਾਬਰ ਤਖਤ ਲਾਇਆ, ਇਦਾਂ ਸੋਚਦੇ ਆ ਭਲਾ ਪਿੱਛੇ ਬੈਠੇ। ਉਹ ਤਾਂ ਬਹਿਣ ਜੋਗੇ ਹੈ ਹੀ ਨਹੀਂ ਵਿਚਾਰੇ, ਗੋਡੇ ਗਾਡੇ ਕੰਮ ਨਹੀਂ ਕਰਦੇ ਅਗਲੇ। ਚੱਲ ਕੋਈ ਕਿਤੇ ਨਾ ਕਿਤੇ ਬਹਿ ਕੇ ਵੀ ਚੱਲ ਹੁਣ ਅਸੀਂ ਵੀ ਗੁਰਦੁਆਰੇ ਆਈਏ, ਬਹਿ ਜਾਈਏ। ਇਹਦਾ ਮਤਲਬ ਇਹ ਨਹੀਂ ਹੁੰਦਾ ਵੀ ਉਹ ਬੇਅਦਬੀ ਕਰਦੇ ਨੇ। ਵੱਡੀਆਂ ਮੱਛੀਆਂ ਕਹਿੰਦੇ लूटा है जिन्होंने शरेआम मुल्क को, उन लफंडरों की कोई तलाशी नहीं लेता। गरीब लहरों पर पहरे बिठाए जाते हैं, समंदरों की कोई तलाशी नहीं लेता। भाई अमृतपाल सिंह हुणा ने हटाए आ, चंगी गल आ, पर ਉਹਨਾਂ ਨੂੰ ਪਿਆਰ ਦਾ ਰਸਤਾ ਅਪਣਾਉਣਾ ਚਾਹੀਦਾ। ਜਿਹੜਾ ਇਹ ਰਸਤਾ ਵਾ ਕਿ ਕੱਢ ਕੇ ਬਾਹਰ ਸਾੜ ਦਿਓ, ਭੰਨ ਦਿਓ, ਇਹਦੇ ਨਾਲ ਇੱਕ ਤਾਲੇਬਾਨੀ ਜਿਹੜਾ ਤਰੀਕਾ ਨਾ ਉਹ ਸਾਹਮਣੇ ਆਉਂਦਾ, ਉਹਨੂੰ ਸੰਗਤ ਐਕਸੈਪਟ ਨਹੀਂ ਕਰਦੀ। ਮੈਂ ਅਪੀਲ ਕਰਨਾ ਚਾਹੁੰਦਾ ਭਾਈ ਅਮਰਤਪਾਲ ਸਿੰਘ ਹੁਣਾਂ ਨੂੰ ਕਿ ਜਿਹੜਾ ਤੁਸੀਂ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਲਾਗੂ ਕਰਵਾ ਰਹੇ ਹੋ, ਪਿਆਰ ਦੇ ਰਸਤੇ ਨਾਲ ਕਰਾਓ। ਕਿ ਅੱਜ ਜਿਹੜਾ ਸਮਾਂ ਹੈ ਉਹ ਹੋਰ ਤਰ੍ਹਾਂ ਦਾ ਹੈ। ਹਰ ਗੱਲ ਨੂੰ ਚਾਹੇ ਅਸੀਂ ਗੁਰਮਰਿਆਦਾ ਲਾਗੂ ਕਰਾ ਰਹੇ ਹਾਂ, ਪਰ ਲਾਗੂ ਕਰਾਉਣ ਦਾ ਤਰੀਕਾ ਵੀ ਸਾਡਾ ਗੁਰਮਰਿਆਦਾ ਅਨੁਸਾਰ ਹੋਣਾ ਚਾਹੀਦਾ। ਇੱਕ ਤਾਂ ਇਹ ਗੁਰੂ ਘਰਾਂ ਦੀ ਪ੍ਰਾਪਰਟੀ ਹੈ, ਇਹ ਗੁਰਦੁਆਰੇ 'ਚ ਜਿਹੜੇ ਸੋਫੇ ਲੱਗੇ ਜਾਂ ਸਟੂਲ ਹੈ ਜਾਂ ਮੇਜ਼ ਹੈ, ਇਹ ਸੰਗਤ ਦੇ 10-10 ਰੁਪਏ ਮੱਥਾ ਟੇਕੇ ਨਾਲ ਲੱਗੇ ਆ। ਇਹਨੂੰ ਤੁਸੀਂ ਬਾਹਰ ਕੱਢ ਕੇ ਦਫ਼ਤਰ 'ਚ ਰੱਖ ਦਿਓ, ਕਿਸੇ ਲੋੜਵੰਦ ਨੂੰ ਦੇ ਦਿਓ। ਜੇ ਨਹੀਂ ਗੁਰਦੁਆਰੇ 'ਚ ਲੋੜ ਤਾਂ ਕਿਤੇ ਦਫ਼ਤਰ ਜਾਂ ਕਮਰੇ 'ਚ ਨਹੀਂ ਲੋੜ, ਗੁਰਦੁਆਰੇ ਦਾ ਪੈਸਾ ਇਹਨੂੰ ਅੱਗ ਲਾ ਕੇ ਸਾੜ ਕੇ ਦੇ ਨਾਲ ਜਿਹੜਾ ਹੈਗਾ ਉਹ ਸੰਗਤ 'ਚ ਗਲਤ ਮੈਸੇਜ ਆ। ਅੰਮ੍ਰਿਤਪਾਲ ਦੇ ਵੱਲੋਂ ਜੋ ਕਿਹਾ ਗਿਆ ਕਿ ਜਿਹੜੇ ਬੈਂਚਿਸ ਹੁੰਦੇ ਨੇ ਗੁਰਦੁਆਰਾ ਸਾਹਿਬਾਨ ਦੇ ਅੰਦਰ, ਉਹਨਾਂ ਨੂੰ ਤੋੜਿਆ ਗਿਆ, ਜਲਾਇਆ ਗਿਆ। ਕਹਿਣ ਤੇ ਉਹ ਕਹਿ ਰਹੇ ਨੇ ਕਿ ਗੁਰੂ ਗ੍ਰੰਥ ਸਾਹਿਬ ਤੋਂ ਉੱਪਰ ਕੋਈ ਚੀਜ਼ ਜਿਹੜੀ ਹੈ ਨਹੀਂ ਹੋ ਸਕਦੀ। ਜਿਹੜੇ ਬੈਠਦੇ ਵੀ ਨੇ ਤਾਂ ਉਸ ਇਸ਼ੂ ਨੂੰ ਕਿਵੇਂ ਦੇਖਦੇ ਹੋ? ਦੇਖੋ, ਮੈਂ ਸਮਝਦਾ ਵੀ ਇਹਨਾਂ ਗੱਲਾਂ ਦੇ ਉੱਤੇ ਅਕਾਲ ਤਖਤ ਸਾਹਿਬ ਇਜ਼ ਦਾ ਫਾਈਨਲ ਅਥਾਰਟੀ। ਇਹਨਾਂ ਮਸਲਿਆਂ ਦੇ ਉੱਤੇ ਅਗਰ ਕੋਈ ਇਸ ਕਿਸਮ ਦੀ ਹੈ ਤਾਂ ਉਹ ਇਹਦੇ ਉੱਤੇ ਆਪਣਾ ਦੇਖਣ, ਤੇ ਗੁਰਦੁਆਰਿਆਂ ਦੇ ਅੰਦਰ ਐਸਜੀਪੀਸੀ ਕੰਟਰੋਲਿੰਗ ਅਥਾਰਟੀ ਹੈ, ਉਹ ਇਸ ਗੱਲ ਦਾ ਸੰਗਿਆਨ ਲੈ ਕੇ ਜੋ ਵੀ ਉਚਿਤ ਜੋ ਸਮਝਦੇ ਉਹ ਕਰਨ ਸਕਣ। ਤੇ ਅਗਲੀ ਵੱਡੀ ਖਬਰ ਪੰਜਾਬ ਦੇ ਟਰਾਂਸਪੋਰਟ ਮੰਤਰੀ ਦੇ ਇੱਕ ਵੱਡੇ ਫੈਸਲੇ ਦਾ ਰੁਖ ਕਰਦੇ ਹਾਂ। ਟਰਾਂਸਪੋਰਟ ਮੰਤਰੀ ਦਾ ਇਹ ਫੈਸਲਾ ਹੈ ਕਿ ਅੰਤਰਰਾਜੀ ਰੂਟ ਜਿਹੜੇ ਨੇ ਉੱਥੇ ਸਿਰਫ ਸਰਕਾਰੀ ਬੱਸਾਂ ਚੱਲਣਗੀਆਂ। ਪ੍ਰਾਈਵੇਟ ਬੱਸਾਂ ਨੂੰ ਚੱਲਣ ਦੀ ਖੁੱਲ੍ਹ ਖਤਮ ਕਰ ਦਿੱਤੀ ਹੈ।
यानी चंडीगढ़ ਦੇ ਵਿੱਚ ਬਾਦਲਾਂ ਦੀਆਂ ਬੱਸਾਂ ਦੀ ਐਂਟਰੀ ਬੈਨ ਕਰ ਦਿੱਤੀ ਗਈ ਹੈ ਲਾਲਜੀਤ ਸਿੰਘ ਭੁੱਲਰ ਵੱਲੋਂ। ਉਹਨਾਂ ਕਿਹਾ ਕਿ ਸਿਰਫ ਸਰਕਾਰੀ ਬੱਸਾਂ ਹੀ ਚੰਡੀਗੜ੍ਹ ਦੇ ਵਿੱਚ ਆਉਣਗੀਆਂ। ਅੰਤਰਰਾਜੀ ਇੰਟਰਸਟੇਟ ਜਿਸ ਨੂੰ ਕਿਹਾ ਜਾਂਦਾ ਹੈ, ਇੰਟਰਸਟੇਟ ਜਿਹੜੀ ਬੱਸਾਂ ਦੀ ਆਵਾਜਾਈ ਹੈ ਉੱਥੇ ਸਿਰਫ ਸਰਕਾਰੀ ਬੱਸਾਂ ਚੱਲਣਗੀਆਂ। ਔਰ ਟਰਾਂਸਪੋਰਟ ਸਕੀਮ ਜਿਹੜੀ ਪੰਜਾਬ ਸਰਕਾਰ ਨੇ ਬਣਾਈ ਸੀ 2018 ਦੇ ਵਿੱਚ ਉਸ ਦੇ ਵਿੱਚ ਸੋਧ ਕਰ ਦਿੱਤੀ ਗਈ ਹੈ। यानी उन्होंने इल्जाम लाया कि बादल परिवार ने 2007 तो 2017 तक सरकार च रहिंदियां अपने ट्रांसपोर्ट के कारोबार नूं वधाउण दे मकसद नाल अजिहियां नीतियां बनाईयां जिस नाल सरकारी ट्रांसपोर्ट नूं नुकसान होया ते 2017 तो बाद कांग्रेस ते अकाली दल दी मिली भुगत नाल पंजाब ट्रांसपोर्ट स्कीम 2018 बनाई गई जिस च स्टेट दा शेयर घटा के वड्डे बस ऑपरेटरां नूं फायदा पहुंचाया गया। यह लालजीत भुल्लर होरां दा बयान है और उन्होंने कहा कि असी हुण मुड़ उस दे विच बदलाव किया है या सोध की है। हुण सिर्फ सरकारी बसां ने जड़ियां वो चंडीगढ़ च एंटर कर सकणगियां। प्राइवेट जड़ियां बसां ने निजी कंपनी दीयां जड़ियां बसां ने उन्हां दी इंटरस्टेट एंट्री नहीं होगी बस अड्डे ते, यानी चंडीगढ़ दे विच उन्हां दी एंट्री नहीं हो सकेगी। मोहाली तक वो बसां आ सकदियां ने पर चंडीगढ़ दे विच उन्हां दी एंट्री बैन कर दी गई है। ਤੇ ਅਗਲੀ ਖਬਰ ਦਾ ਰੁਖ ਕਰਦੇ ਹਾਂ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਭਾ ਜੇਲ੍ਹ ਦੇ ਵਿੱਚ ਅੱਜ ਸੀਐਮ ਨੇ ਲਾਈਵ ਰੇਡ ਮਾਰੀ ਹੈ ਔਰ ਜੇਲ੍ਹ ਪ੍ਰਬੰਧਾਂ ਦਾ ਜਾਇਜ਼ਾ ਲਿਆ ਹੈ। ਔਰ ਸੀਐਮ ਨੇ ਕਿਹਾ ਕਿ ਜੇਲ੍ਹ ਪ੍ਰਬੰਧਾਂ ਦੇ ਵਿੱਚ ਕਈ ਤਰ੍ਹਾਂ ਦੀਆਂ ਖਾਮੀਆਂ ਨੇ ਜਿਨ੍ਹਾਂ ਨੂੰ ਸੁਧਾਰਨ ਦੀ, ਜਿਨ੍ਹਾਂ ਨੂੰ ਦਰੁਸਤ ਕਰਨ ਦੀ ਲੋੜ ਹੈ। ਅਚਾਨਕ ਪਹੁੰਚੇ ਸੀ ਸੀਐਮ ਔਰ ਇਸ ਮੌਕੇ ਤੇ ਉਹਨਾਂ ਨੇ ਕਈ ਤਰ੍ਹਾਂ ਦੀਆਂ ਖਾਮੀਆਂ ਪਾਈਆਂ ਉੱਥੇ ਔਰ ਉਹਨਾਂ ਨੇ ਕਿਹਾ ਕਿ ਇਹਨਾਂ ਖਾਮੀਆਂ ਨੂੰ, ਇਹਨਾਂ ਕਮੀਆਂ ਨੂੰ ਦੂਰ ਕਰਨ ਲਈ ਸਰਕਾਰ जी जान नाल काम कर रही है और अगले दिनां दे विच इस नूं सुधारिया जावेगा। नाभा दी जेल या कहिए सुधार घर जिथे पहुंचे सी नाल MLA देव मान भी नजर आ रहे ने, उत्थों दे लोकल MLA ने और सीएम अज एक निजी दौरे ते गए सी नाभा और उत्थे उन्होंने अचानक उत्थों दी जेल दा दौरा किया या कहिए रेड मारी या जायजा लिया, कोई भी शब्द इस दे लई वरतिया जा सकता है। पर अचानक सीएम पहुंचे ਤੇ ਜਿਹੜੇ ਪ੍ਰਬੰਧ ਨੇ ਉਹਨਾਂ ਨੂੰ ਦੇਖਿਆ, ਉਹਨਾਂ ਬਾਰੇ ਜਾਣਕਾਰੀ ਹਾਸਲ ਕੀਤੀ ਔਰ ਜਿਹੜੀਆਂ ਖਾਮੀਆਂ ਸੀ ਉਹਨਾਂ ਦਾ ਵੀ ਉਹਨਾਂ ਨੇ ਜ਼ਿਕਰ ਕੀਤਾ। सर CCTV चाहिए सर, आउट एरिया सर साढ़े फ्लो काफ़ी हो रहा है। कोई वैसे स्पेशल इनपुट आ जाए कि इस बैरक च मोबाइल चल रहा है तो उस मोबाइल को भी रिकवर करा के फोरेंसिकली भी भेजने हैं सर। बाकी टेस्ट कभी कवरी हुई है पूरी हरी मोबाइल फोन कर दी सर, मोबाइल थोड़े का सर फोन दी दस दोनों सर कितने सी मैं सर डीएसपी ना सर। हाँ जी, तीन मोबाइल सर रिकवर किए हाई स्पीड गैंगस्टर सेट सी ना पड़े सर सर पर्चा भी दस सर उन्होंने कितना सी देखो गए कि नहीं सर। ਜੇਲ੍ਹ ਦੇ ਵਿੱਚ ਨਿਰੀਖਣ ਕਰਨ ਲਈ ਅਸੀਂ ਪਹੁੰਚੇ ਹਾਂ। ਪਟਿਆਲੇ ਦਾ ਪ੍ਰਸ਼ਾਸਨ, ਡਿਪਟੀ ਕਮਿਸ਼ਨਰ ਔਰ ਸ਼ੀਨਾ ਸਾਹਿਬ ਜੋ IG ਨੇ, ਨਾਲ SDM ਨਾਭਾ ਤੇ ਸਾਰਾ ਪ੍ਰਸ਼ਾਸਨ। ਜੇਲ੍ਹ ਦੇ ਵਿੱਚ ਕੋਈ ਕਮੀ, ਕੋਈ ਟੈਕਨੋਲੋਜੀ ਪੱਖੋਂ ਕੋਈ ਕਮੀ ਹੋਵੇ ਅਸੀਂ ਉਹਦੇ ਬਾਰੇ ਜੇਲ੍ਹ ਸੁਪਰਡੈਂਟ ਨੂੰ ਪੁੱਛਿਆ। ਉਹਨਾਂ ਨੇ ਇੱਕ ਦੋ ਕਮੀਆਂ ਦੱਸੀਆਂ ਕਿ ਬਾਹਰੋਂ ਥਰੋਇੰਗ ਜਿਹੜੀ ਹੁੰਦੀ ਹੈ ਕੋਈ ਸਮਾਨ ਦੀ, ਉਹਦੇ ਲਈ ਅਸੀਂ ਹੋਰ ਜ਼ਿਆਦਾ CCTV ਚਾਹੀਦੇ ਆ ਤਾਂ ਕਿ ਅਸੀਂ ਕੰਟਰੋਲ ਕਰ ਸਕੀਏ, ਕਿਉਂਕਿ ਜੇਲ੍ਹ ਦੀ ਬਾਉਂਡਰੀ ਦੇ ਨਾਲ ਹੀ ਪਬਲਿਕ ਦੀ ਪ੍ਰਾਪਰਟੀ ਸ਼ੁਰੂ ਹੋ ਜਾਂਦੀ ਹੈ। ਕੋਈ ਖੇਤ ਆ ਜਾਂਦੇ ਤਾਂ ਸ਼ਰਾਰਤੀ ਅਨਸਰ ਜਿਹੜੇ ਉਹਦਾ ਫਾਇਦਾ ਉਠਾ ਜਾਂਦੇ ਨੇ। ਅਤੇ ਜੇਲ੍ਹ ਦੇ ਵਿੱਚ ਇੱਕ लैब टेस्ट वास्ते मैडिकली तो एक लैब असिस्टेंट जिहड़ा ओहदी भी उन्होंने मंग की है।